ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਤੇ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ। ਚਰਚਾ ਕਰਾਂਗੇ ਹੁਣ ਤੱਕ ਦੀਆਂ ਵੱਡੀਆਂ ਤੇ ਕੁਝ ਅਹਿਮ ਖਬਰਾਂ ਨੂੰ ਲੈ ਕੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਲੋਕ ਸਭਾ ਦੇ ਵਿੱਚ 4 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕੀ ਕਾਰਨ ਰਹੇ ਨੇ ਅਤੇ ਉਸ ਤੋਂ ਬਾਅਦ ਕੀ ਸਥਿਤੀਆਂ ਨਜ਼ਰ ਆ ਰਹੀਆਂ ਨੇ, ਇਸ ਨੂੰ ਲੈ ਕੇ ਚਰਚਾ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਸੰਗਤ ਸਿੰਘ ਗਿਲਜੀਆ ਨੂੰ ਵੱਡੀ ਰਾਹਤ ਮਿਲੀ ਹੈ। आखिर कदों तक गिरफ्तारी हो सकती है, इसनूं लैके गलबात करांगे ते नाल ही चर्चा करांगे आम आदमी पार्टी की सरकार दे विच सीनियरता दे अहुदे बदल दिते गए ने। आखिर ये पूरा की मामला है, इसनूं लैके भी गलबात करांगे ते विचार चर्चा करने साडे नाल प्रोग्राम च शामिल होए ने सियासी माहिर प्रोफैसर मनजीत सिंह अणखी। सब तो पहले उन्हां दा स्वागत करदे हां। सब प्रोग्राम च निघा स्वागत है जी। बहुत बहुत शुक्रिया चट्ठा जी। जिस तरीके स्थितियां बनते नजर आ रही ने लोक सभा के विचों कांग्रेस पार्टी पहला तो कांग्रेस पार्टी की जो स्थिति है देश भारत में सब के सामने है ते हुण जिहड़े 4 लोक सभा के विचों कांग्रेस के मैंबरां नूं मुअत्तल किया गया, की स्थितियां रही ने, की कर रहे ने? चट्ठा साहब जिहड़े कल कांग्रेस के 4 मैंबर जिन्हां नूं मुअत्तल किया गया ਉਹ ਮਹਿੰਗਾਈ ਨੂੰ ਲੈ ਕੇ ਔਰ GST ਦੇ ਮੁੱਦੇ ਨੂੰ ਲੈ ਕੇ ਰਾਜ ਸਭਾ ਲੋਕ ਸਭਾ ਦੇ ਵਿੱਚ ਚਰਚਾ ਜਿਹੜੀ ਕਰਾਉਣ ਦੀ ਮੰਗ ਕਰ ਰਹੇ ਸਨ ਔਰ ਬਕਾਇਦਾ ਤੌਰ ਤੇ ਉਹਨਾਂ ਨੇ ਤਖਤੀਆਂ ਵੀ ਫੜੀਆਂ ਸਨ। ਤੇ ਜਦੋਂ ਉਹਨਾਂ ਨੇ ਇਸ ਮੁੱਦੇ ਨੂੰ ਉਭਾਰਿਆ ਤਾਂ ਉਸ ਵਕਤ ਜਿਹੜੇ ਲੋਕ ਸਭਾ ਦੇ ਸਪੀਕਰ ਨੇ ਓਮ ਬਿਰਲਾ, ਉਹਨਾਂ ਨੇ ਇਹਨਾਂ ਜਿਹੜੇ ਲੋਕ ਸਭਾ ਮੈਂਬਰ ਸੀ ਇਹਨਾਂ ਨੂੰ ਡੱਕਣ ਵਾਸਤੇ ਕਾਫੀ ਕੁਛ ਕਿਹਾ, ਪਰ ਹੰਗਾਮਾ ਜਿਹੜਾ ਕਾਂਗਰਸ ਦੀ ਜਿਹੜੀ ਵਿਰੋਧੀ ਧਿਰ ਪਾਰਟੀ ਆ ਉਹਨਾਂ ਵੱਲੋਂ ਕੀਤਾ ਜਾਂਦਾ ਰਿਹਾ ਤੇ ਜਿਸ ਦੇ ਫਿਰ ਅਖੀਰ ਦੇ ਵਿੱਚ ਉਹਨਾਂ ਨੂੰ ਪੂਰੇ ਸੈਸ਼ਨ ਓਮ ਬਿਰਲਾ ਹੁਣੀ ਸਪੀਕਰ ਦੀ ਕੁਰਸੀ ਛੱਡ ਕੇ ਆਪਣੇ ਕੈਬਿਨ ਵਿੱਚ ਚਲੇ ਜਾਂਦੇ ਆ ਤੇ ਉਸ ਤੋਂ ਮਗਰੋਂ ਫਿਰ ਜਿਹੜੇ ਉਹਨਾਂ ਦੇ ਸਹਾਇਕ ਨੇ ਉਹ ਆਣ ਕੇ ਇਹਨਾਂ 4 ਮੈਂਬਰਾਂ ਨੂੰ ਜਦੋਂ ਇਹ ਪੂਰਨ ਤੌਰ ਤੇ ਪੂਰੇ ਸਦਨ ਜਿਹੜਾ ਸੈਸ਼ਨ ਆ ਪੂਰੇ ਸੈਸ਼ਨ ਵਾਸਤੇ ਉਹਨਾਂ ਨੂੰ ਮੁਅੱਤਲ ਜਿਹੜਾ ਉਹ ਕਰ ਦਿੱਤਾ ਜਾਂਦਾ ਔਰ ਮੁਅੱਤਲ ਕਰਨ ਤੋਂ ਬਾਅਦ ਰੌਲਾ ਜਿਹੜਾ ਹੋਰ ਪਿਆ ਕਾਂਗਰਸ ਦੇ ਰਾਜ ਸਭਾ ਦੇ ਵਿੱਚ ਵੀ ਪਿਆ ਔਰ ਦੂਜੇ ਪਾਸੇ ਲੋਕ ਸਭਾ ਦੇ ਵਿੱਚ ਵੀ ਪਿਆ। ਵਿਰੋਧੀ ਧਿਰ ਇਹ ਇਲਜ਼ਾਮ ਲਾ ਰਹੀ ਹੈ ਕਿ ਲੋਕਤੰਤਰ ਦਾ ਜਿਹੜਾ ਗਲਾ ਘੁੱਟਿਆ ਜਾ ਰਿਹਾ, ਮਹਿੰਗਾਈ ਦੇ ਉੱਤੇ ਜਿਹੜੀਆਂ ਕੀਮਤਾਂ ਬੀਤੇ ਦਿਨਾਂ 'ਚ ਵਧੀਆਂ ਹਨ, ਵਿਰੋਧੀ ਧਿਰ ਉਹਦੇ ਉੱਤੇ ਚਰਚਾ ਕਰਾਉਣ ਦੇ ਮੰਗ ਕਰ ਰਹੀ ਹੈ ਔਰ ਦੂਜੇ ਪਾਸੇ ਜਿਹੜੀ ਸੱਤਾ ਧਿਰ ਆ ਉਹ ਇਹ ਗੱਲ ਕਹਿ ਰਹੀ ਹੈ ਕਿ ਜਿਹੜੇ ਵਿੱਤ ਮੰਤਰੀ ਨੇ ਉਹ ਕਰੋਨਾ ਨਾਲ ਪੀੜਤ ਨੇ, ਉਹ ਅਜੇ ਸਦਨ ਦੇ ਵਿੱਚ ਆ ਨਹੀਂ ਸਕਦੇ ਤੇ ਜਦੋਂ ਉਹ ਸਦਨ ਵਿੱਚ ਆਉਣਗੇ ਉਹਦੇ ਉੱਤੇ ਜ਼ਰੂਰ ਜਿਹੜੇ ਚਰਚਾ ਜਿਹੜੀ ਉਹ ਕੀਤੀ ਜਾਵੇਗੀ। ਪਰ ਵਿਰੋਧੀ ਧਿਰ ਜਿਹੜੀ ਹੈ ਇਸ ਮੰਗ ਤੇ ਅੜੀ ਰਹੀ, ਜਿਸ ਕਰਕੇ ਕਾਫੀ ਰੌਲਾ ਰੱਪਾ ਜਿਹੜਾ ਆ ਉਹ ਸਦਨ ਦੇ ਵਿੱਚ ਪਿਆ ਤੇ ਉਸ ਰੌਲੇ ਰੱਪੇ ਦੇ ਮੱਦੇ ਨਜ਼ਰ ਹੀ ਇਹਨਾਂ 4 ਮੈਂਬਰਾਂ ਨੂੰ ਸਦਨ ਦੇ ਵਿੱਚੋਂ ਪੂਰੇ ਸੈਸ਼ਨ ਵਾਸਤੇ ਜਿਹੜਾ ਨਾ ਮੁਅੱਤਲ ਕਰ ਦਿੱਤਾ ਗਿਆ ਆ ਔਰ ਉਹਦੇ ਨਾਲ ਹੀ ਨਾਲ ਫਿਰ ਬਾਹਰ ਆਣ ਕੇ ਵੀ ਇਹਨਾਂ ਜਿਹੜੇ ਸੰਸਦ ਮੈਂਬਰ ਸੀ ਇਹਨਾਂ ਵੱਲੋਂ ਜਿਹੜਾ ਤਖਤੀਆਂ ਲੈ ਕੇ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਲੋਕ ਸਭਾ ਦੇ ਗੇਟ ਦੇ ਅੱਗੇ। ਸੋ ਇਹ ਆਮ ਤੌਰ ਤੇ ਲੋਕਤੰਤਰ ਦਾ ਅਸੀਂ ਕਹਿ ਸਕਦੇ ਹਾਂ। ਸੱਤਾ ਧਿਰ ਵਿਰੋਧੀ ਧਿਰ ਇਹ ਇਲਜ਼ਾਮ ਲਾਉਂਦੀ ਹੈ ਕਿ ਲੋਕਤੰਤਰ ਦਾ ਗਲਾ ਘੁੱਟ ਰਹੇ ਆ, ਸੱਤਾ ਧਿਰ ਇਹ ਕਹਿੰਦੀ ਹੈ ਕਿ ਕੰਮ ਨਹੀਂ ਸਦਨ ਦਾ ਚੱਲਦਾ ਪਿਆ। ਅਸਲ ਦੇ ਵਿੱਚ ਅਗਰ ਵੇਖਿਆ ਜਾਏ ਚੱਠਾ ਜੀ, ਜਿਹੜੀਆਂ ਸਥਿਤੀਆਂ ਨੇ ਇਹਨਾਂ ਲੋਕ ਸਭਾ ਮੈਂਬਰਾਂ ਦੀਆਂ ਉਹ ਵੀ ਬੜੀਆਂ ਅਜੀਬੋ ਗਰੀਬ ਹੁੰਦੀਆਂ ਨੇ। ਜਦੋਂ ਸਦਨ 'ਚ ਜਾਂਦੇ ਨੇ ਉਦੋਂ ਕੁਝ ਹੋਰ, ਬਾਹਰ ਕੁਝ ਹੋਰ। ਚਲੋ ਤੁਹਾਡਾ ਇਹ ਪ੍ਰਸ਼ਨ ਜਿਹੜੀ ਮੈਂ ਅਗਲੀ ਗੱਲ ਲੱਗਾ ਗੱਲ ਕਰਨ ਉਹਦਾ ਇਸ ਗੱਲ ਨਾਲ ਸੰਬੰਧ ਨਹੀਂ। ਹੁਣ ਲੋਕ ਸਭਾ ਦੇ ਮੈਂਬਰ ਜਿਹੜੇ ਸੰਗਰੂਰ ਤੋਂ ਚੁਣੇ ਗਏ ਨੇ ਸਿਮਰਜੀਤ ਸਿੰਘ ਮਾਨ ਹੋਣੀ, ਉਹਨਾਂ ਦੇ ਬਿਆਨਬਾਜ਼ੀ ਤੁਸੀਂ ਦੇਖ ਲਓ ਬਤੌਰ ਸੰਸਦ ਮੈਂਬਰ, ਕੀ ਉਹਨਾਂ ਦੇ ਉਹ ਬਿਆਨ ਜਿਹੜੇ ਬੀਤੇ ਦੌਰ 'ਚ ਦਿੱਤੇ ਨੇ ਕੀ ਉਹ ਵਾਕਿਆ ਇੱਕ ਸੰਸਦ ਮੈਂਬਰ ਨੂੰ ਸ਼ੋਭਾ ਦਿੰਦੇ ਆ? ਤੁਸੀਂ ਜਾਣਾ ਅਗਰ ਵਿਧਾਨ ਮਾਫ ਕਰਨਾ ਲੋਕ ਸਭਾ 'ਚ ਅਗਰ ਪਹੁੰਚੇ ਜੀ, ਉੱਥੇ ਜਾ ਕੇ ਤੁਸੀਂ ਲੋਕ ਮੁੱਦਿਆਂ ਦੀ ਗੱਲ ਕਰੋ, ਲੋਕਾਂ ਦੀਆਂ ਸਮੱਸਿਆਵਾਂ ਦੀ ਗੱਲ ਕਰੋ। ਲੋਕਾਂ ਨੇ ਤੁਹਾਨੂੰ ਇਸ ਕਰਕੇ ਜਿਤਾ ਕੇ ਨਹੀਂ ਭੇਜਿਆ ਕਿ ਉੱਥੇ ਜਾ ਕੇ ਤੁਸੀਂ ਰੌਲਾ ਰੱਪਾ ਪਾਓ ਤੇ ਜਾ ਕੇ ਜੋ ਦਿਹਾੜੀ ਪੱਤਾ ਲੈ ਕੇ ਵਾਪਸ ਆ ਜਾਓ। ਉੱਥੇ ਤੁਹਾਨੂੰ ਲੋਕਾਂ ਨੇ ਇੱਕ ਜ਼ਿੰਮੇਵਾਰੀ ਦੇ ਕੇ ਭੇਜਿਆ ਕਿ ਤੁਸੀਂ ਲੋਕਾਂ ਦੇ ਉਹਨਾਂ ਹੱਕਾਂ ਦੀ, ਉਹਨਾਂ ਹਿੱਤਾਂ ਦੀ ਗੱਲ ਕਰਦੀ ਆ ਜਿਹੜੇ ਤੁਹਾਡੇ ਹਲਕੇ ਦੇ, ਤੁਹਾਡੇ ਇਲਾਕੇ ਦੇ ਕੰਮ ਜਿਹੜੇ ਰਹਿ ਗਏ ਨੇ, ਜਿਹੜੇ ਹੱਕ ਜਾਂ ਹਿੱਤ ਜਿਹੜੇ ਨਹੀਂ ਸੁਰੱਖਿਅਤ, ਉਹਨਾਂ ਦੀ ਉੱਥੇ ਜਾ ਕੇ ਗੱਲ ਕਰੋ। ਤੇ ਜੇਕਰ ਇਹੋ ਜਿਹਾ ਰੌਲਾ ਰੱਪਾ ਹੀ ਪਾ ਪੂ ਕੇ ਆ ਜਾਣਾ
ਤੇ ਸੱਤਾ ਧਿਰ ਜਿਹੜੀ ਆ ਉਹ ਕਦੇ ਵੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੇਗੀ, ਕਿਉਂਕਿ ਇਸ ਵੇਲੇ ਭਾਜਪਾ ਦੇ 333 ਦੇ ਕਰੀਬ ਜਿਹੜੇ ਲੋਕ ਸਭਾ ਮੈਂਬਰ ਦੇ ਉਹ ਚੱਲਣ ਹੀ ਨਹੀਂ ਦੇਣਗੇ। ਵਿਰੋਧੀ ਧਿਰ ਇਸ ਮਸਲੇ ਨੂੰ ਉਸ ਤਰੀਕੇ ਨਾਲ ਉਠਾਉਂਦੀ ਕਿ ਉਹਨਾਂ ਨੂੰ ਮੁਅੱਤਲ ਨਾ ਕੀਤਾ ਜਾਂਦਾ। ਬੈਟਰ ਤੇ ਇਹ ਗੱਲ ਸੀ, ਪਰ ਸ਼ਾਇਦ ਵਿਰੋਧੀ ਧਿਰ ਜਿਹੜੀ ਆ ਇਸ ਵੇਲੇ ਨਾਮ ਦੀ ਵਿਰੋਧੀ ਧਿਰ ਰਹਿ ਗਈ ਆ, ਕਿਉਂਕਿ ਉਹਨਾਂ ਦੇ ਨੇਤਾ ਵੀ ਜਿਹੜੇ ਸਰਕਰਤਾ ਨੇਤਾ ਨੇ, ਸੋਨੀਆ ਗਾਂਧੀ ਹੋਏ, ਰਾਹੁਲ ਗਾਂਧੀ ਹੋਣੀ, ਉਹ ਆਪ ਈਡੀ ਦੇ ਚੱਕਰਾਂ 'ਚ ਫਸੇ ਨੇ। ਸੋ ਵਿਰੋਧੀ ਧਿਰ ਵੀ ਜਿਹੜੀ ਆ ਕੋਈ ਅਹਿਮ ਜ਼ਿੰਮੇਵਾਰੀ ਆਪਣੀ ਨਿਭਾਉਂਦੀ ਜਿਹੜੀ ਨਜ਼ਰ ਨਹੀਂ ਆ ਰਹੀ। ਸੋ ਮੁੱਦਾ ਕੇਵਲ ਇਹ ਸੀ ਕਿ ਵਿਰੋਧੀ ਧਿਰ ਮਹਿੰਗਾਈ ਦੇ ਉੱਤੇ, GST ਦੇ ਉੱਤੇ ਔਰ ਕੁਝ ਹੋਰ ਮੁੱਦਿਆਂ ਦੇ ਉੱਤੇ ਜਿਹੜੀ ਆ ਉਹ ਚਰਚਾ ਕਰਨੀ ਚਾਹੁੰਦੀ ਸੀ। ਸੱਤਾਧਾਰ ਜਿਹੜਾ ਉਹ ਇਸ ਗੱਲ ਉਹਨਾਂ ਨੇ ਕਿਹਾ ਕਿ ਸੱਤਾ ਧਿਰ ਜਿਹੜੀ ਹੈ ਇਸ ਗੱਲ ਤੋਂ ਭੱਜਦੀ ਪਈ ਆ। ਸੋ ਇਸ ਕਰਕੇ ਇਹ ਸਾਰਾ ਹੰਗਾਮਾ ਜਿਹੜਾ ਕੱਲ ਲੋਕ ਸਭਾ 'ਚ ਵੇਖਣ ਨੂੰ ਮਿਲਿਆ, ਰਾਜ ਸਭਾ 'ਚ ਵਿੱਚ ਵੀ ਵੇਖਣ ਨੂੰ ਮਿਲਿਆ, ਤਾਂ ਉਹਦੇ ਮੱਦੇਨਜ਼ਰ ਇਹਨਾਂ ਨੂੰ ਮੁਅੱਤਲ ਕੀਤਾ ਗਿਆ ਹੈ। ਜੀ ਬਿਲਕੁਲ। ਤੇ ਜਿਸ ਤਰੀਕੇ ਨਾਲ ਆਪਾਂ ਕਾਂਗਰਸ ਦੀ ਗੱਲ ਕਰ ਰਹੇ ਹਾਂ ਤੇ ਉਧਰ ਸੰਗਤ ਸਿੰਘ ਗਿਲਜਰ ਦੀ ਗੱਲ ਕਰਾਂਗੇ, ਕਿਸ ਤਰੀਕੇ ਨਾਲ ਉਹਨਾਂ ਨੂੰ 13 ਤਰੀਕ ਤੱਕ ਰਾਹਤ ਦਿੱਤੀ ਗਈ ਹੈ, ਤਾਂ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੀ ਵਿਜੀਲੈਂਸ ਦੀ ਢਿੱਲੀ ਕਾਰਗੁਜ਼ਾਰੀ ਹੈ ਜਿਸ ਕਾਰਨ ਉਹਨਾਂ ਨੂੰ ਅੱਗੇ ਰਾਹਤ ਮਿਲਦੀ ਜਾ ਰਹੀ ਹੈ ਤੇ ਗ੍ਰਿਫਤਾਰੀ ਜਿਹੜੀ ਨਹੀਂ ਹੋ ਰਹੀ ਹੈਗੀ? ਦੇਖੋ, ਪੰਜਾਬ ਸਰਕਾਰ ਦੀ ਚੱਠਾ ਸਾਹਿਬ, ਜੇ ਪਿਛਲੇ ਦੌਰ 'ਚ ਕਾਰਜਕਾਰੀ ਵੇਖੀ ਜਾਵੇ ਤੇ ਹਰ ਪੱਖ ਤੋਂ ਇਸ ਤਰ੍ਹਾਂ ਢਿੱਲਮੱਤ ਦੀ ਨੀਤੀ ਹੀ ਹੈ। ਸੰਗਤ ਸਿੰਘ ਗਿਲਜੀਏ ਦੇ ਖਿਲਾਫ ਜਦੋਂ ਪਰਚਾ ਦਰਜ ਕੀਤਾ ਗਿਆ ਤਾਂ ਪੂਰੀ ਪੰਜਾਬ ਸਰਕਾਰ ਪੱਬਾਂ ਭਾਰ ਹੋ ਕੇ ਆਪਣੀ ਪਿੱਠ ਥਾਪੜਦੀ ਸੀ ਕਿ ਅਸੀਂ ਅੱਜ ਫੜ ਦੇਣਾ, ਅਸੀਂ ਕੱਲ ਫੜ ਦੇਣਾ, ਅਸੀਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਕਿਸੇ ਵਿਅਕਤੀ ਨੂੰ ਬਾਹਰ ਨਹੀਂ ਰਹਿਣ ਦੇਣਾ। FIR ਉਹਦੇ ਨਾਮ ਤੇ ਦਰਜ ਆ। ਉਹਦਾ ਭਤੀਜਾ ਜਿਹੜਾ ਦਲਜੀਤ ਸਿੰਘ ਗਿਲਜੀ ਆ, ਉਹਨੂੰ ਗ੍ਰਿਫਤਾਰ ਜਿਹੜੀ ਵਿਜੀਲੈਂਸ ਕਰ ਚੁੱਕੀ ਆ, ਪਰ ਜਿਹੜਾ ਕਥਿਤ ਤੌਰ ਤੇ ਮੁੱਖ ਦੋਸ਼ੀ ਨੇ ਜਿਨ੍ਹਾਂ ਨੂੰ ਵਿਜੀਲੈਂਸ ਬਣਾ ਰਹੀ ਸੰਗਤ ਸਿੰਘ ਗਿਲਜੀ ਆ, ਉਹ ਪੁਲਿਸ ਦੀ ਪਕੜ ਤੋਂ ਬਾਹਰ, ਵਿਜੀਲੈਂਸ ਦੀ ਪਕੜ ਤੋਂ ਬਾਹਰ। ਤਾਂ ਉਹ ਬੰਦਾ ਹਾਈ ਕੋਰਟ ਦੇ ਵਿੱਚ ਜਾ ਕੇ ਜ਼ਮਾਨਤ ਲੈਣ ਵਿੱਚ ਵੀ ਸਫਲ ਹੋ ਜਾਂਦੇ ਨੇ। ਤਾਂ ਹੁਣ ਜਿਸ ਤਰੀਕੇ ਨਾਲ ਪਹਿਲਾਂ ਕੱਲ ਤੱਕ ਸੀ ਮਿਆਦ, ਹੁਣ 15 ਦਿਨ ਦੀ ਜਿਹੜੀ ਮਿਆਦ ਆ ਉਹ ਹੋਰ ਵਧਾ ਦਿੱਤੀ ਗਈ ਆ। ਤਾਂ ਇਸ ਤੋਂ ਵੱਡੀ ਵਿਜੀਲੈਂਸ ਵਿਭਾਗ ਦੀ ਨਾਲਾਇਕੀ ਕੀ ਹੋਏਗੀ ਕਿ ਉਹ ਬੰਦਾ ਜਿਹਦੇ ਉੱਤੇ FIR ਲਾਂਚ ਹੋਏ, ਉਹ ਹਾਈ ਕੋਰਟ ਚੋਂ ਜੇਕਰ ਆਪਣਾ ਸੇਫਟੀ ਸਾਫ਼ ਰਸਤਾ ਅਪਣਾ ਕੇ ਲੈ ਜਾਂਦਾ ਤੇ ਇਸ ਦਾ ਸਾਫ਼ ਅਰਥ ਇਹ ਵੀ ਹੈ ਕਿ ਵਿਜੀਲੈਂਸ ਸ਼ਾਇਦ ਉਹ ਜਿਹੜੀ ਅਸੀਂ ਕਹਿ ਸਕਦੇ ਕਿ ਉਹਨਾਂ ਦੇ ਖਿਲਾਫ ਉਹ ਦਸਤਾਵੇਜ਼ ਪੇਸ਼ ਹੀ ਨਹੀਂ ਕਰ ਸਕੀ ਜਿਹਦੇ ਨਾਲ ਉਹਨਾਂ ਦੀ ਜ਼ਮਾਨਤ ਦੀ ਜਿਹੜੀ ਅਰਜ਼ੀ ਆ ਉਹ ਲੱਗਦੀ ਨਾ, ਜਾਂ ਉਹਨਾਂ ਦੀ ਗ੍ਰਿਫਤਾਰ ਹੁੰਦੀ। ਤਾਂ ਜਾਂ ਮੈਨੂੰ ਆਪਣੇ ਚੱਠਾ ਸਾਹਿਬ ਕਈ ਵਾਰੀ ਇਸ ਤਰ੍ਹਾਂ ਲੱਗਦਾ ਕਿ ਸਰਕਾਰ ਵੱਲੋਂ ਕੰਮ ਜਿਹੜਾ ਉਹ ਘੱਟ ਕੀਤਾ ਜਾ ਰਿਹਾ, ਪ੍ਰਚਾਰ ਜਿਹੜਾ ਉਹ ਜ਼ਿਆਦਾ ਕੀਤਾ ਜਾ ਰਿਹਾ, ਕਿ ਪ੍ਰਚਾਰ ਇੰਨਾ ਕੁ ਕਰ ਦੋ ਕਿ ਸਾਰੇ ਪਾਸੇ ਇਹ ਪਤਾ ਲੱਗੇ ਕਿ ਸਰਕਾਰ ਬੜੀ ਐਕਸ਼ਨ ਮੂਡ 'ਚ ਆ। ਪਰ ਉੱਥੇ ਜਦੋਂ ਵੀ ਕੋਰਟ ਦੇ ਵਿੱਚ ਕੋਈ ਮਸਲਾ ਜਾਂਦਾ, ਕੋਰਟ 'ਚ ਮਸਲਾ ਜਾਂਦਿਆਂ ਪਹਿਲੀ ਤਰੀਕ ਤੇ ਹੀ ਉਹ ਖਾਰਜ ਡਿਸਮਿਸ ਹੋ ਜਾਂਦਾ ਜਾਂ ਖਾਰਜ ਹੋ ਜਾਂਦਾ, ਤਾਂ ਸਰਕਾਰ ਜਿਹੜੀ ਆ ਬੈਕਫੁੱਟ ਤੇ ਆ ਟਿਕਦੀ ਆ। ਬੜੇ ਇਹੋ ਜਿਹੇ ਮੁੱਦੇ ਬੀਤੇ 4 ਮਹੀਨਿਆਂ 'ਚ ਤੁਹਾਨੂੰ ਵੇਖਣ ਨੂੰ ਮਿਲੇ ਹੋਣਗੇ, ਜਦੋਂ ਸਰਕਾਰ ਨੇ ਬੜਾ ਜ਼ੋਰ ਸ਼ੋਰ ਦੇ ਨਾਲ ਗੱਲ ਕੀਤੀ, ਬਾਅਦ ਦੇ ਵਿੱਚ ਨਿਕਲਿਆ ਉਹ ਚੋਂ ਕੱਖ ਨਹੀਂ। ਜਿਸ ਤਰ੍ਹਾਂ ਭਾਰਤ ਭੂਸ਼ਣ ਆਸ਼ੂ ਦੇ ਸੰਬੰਧ ਦੇ ਵਿੱਚ ਵੀ ਸੀ ਕਿ ਉਹ ਬੰਦਾ, ਉਹਦੇ ਖਿਲਾਫ ਕਾਰਵਾਈ ਹੋਣੀ ਆ, ਉਹ ਹਾਈ ਕੋਰਟ 'ਚ ਆਪੇ ਹੀ ਚਲਾ ਗਿਆ। ਸੰਗਤ ਸਿੰਘ ਗਿਲਜੀਆ ਵੀ ਚਲਾ, ਸੰਗਤ ਸਿੰਘ ਗਿਲਜੀਆ ਨੂੰ ਰਾਹਤ ਮਿਲ ਗਈ, ਭਾਰਤ ਭੂਸ਼ਣ ਆਸ਼ੂ ਹੋਣਾ ਦਾ ਉਹ ਅਜੇ ਕੋਈ ਗੱਲਬਾਤ ਜਿਹੜੀ ਆ ਉਹ ਹੋ ਨਹੀਂ। ਸੋ ਸਰਕਾਰ ਜਿਹੜੀ ਆ, ਮੈਨੂੰ ਵੀ ਇਸ ਤਰ੍ਹਾਂ ਲੱਗਦਾ ਕਿ ਐਕਸ਼ਨ ਮੂਡ 'ਚ ਘੱਟ, ਪ੍ਰਚਾਰ ਕਰਨ ਦੇ ਮੂਡ 'ਚ ਜ਼ਿਆਦਾ ਆ ਕਿ ਆਪਣਾ ਪ੍ਰਚਾਰ ਇਹੋ ਜਿਹਾ ਕਰ ਦੋ ਜਿਹਦੇ ਨਾਲ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਵੱਲੋਂ ਭਟਕਿਆ ਹੀ ਰਵੇ ਤੇ ਲੋਕ ਇਹਦੇ ਵੱਲੋਂ ਸੋਚਦੇ ਰਹਿਣ। ਜਿਸ ਤਰੀਕੇ ਨਾਲ ਬੀਤੇ ਦੌਰ 'ਚ ਰਵਾਇਤੀ ਪਾਰਟੀ ਦੀ ਸਰਕਾਰਾਂ ਇਹੋ ਕੰਮ ਕਰਦੀਆਂ ਰਹੀਆਂ ਕਿ ਲੋਕਾਂ ਦੇ ਮੁੱਦਿਆਂ ਨੂੰ ਠੰਡੇ ਬਸਤੇ 'ਚ ਪਾ ਛੱਡੋ ਤੇ ਧਿਆਨ ਜਿਹੜਾ ਕਿਸੇ ਹੋਰ ਪਾਸੇ ਭਟਕਾ ਛਕੋ, ਉਹੋ ਜਿਹੀ ਜਿਹੜੀ ਸਥਿਤੀ ਆ ਮੈਨੂੰ ਆਮ ਆਦਮੀ ਪਾਰਟੀ ਦੀ ਨਜ਼ਰ ਆ ਰਹੀ ਆ ਕਿ ਵਿਜੀਲੈਂਸ ਵਿਭਾਗ ਨੇ ਇੱਕ ਬੰਦੇ ਦੇ ਖਿਲਾਫ, ਸਾਬਕਾ ਮੰਤਰੀ ਜਿਹੜੇ ਕਾਂਗਰਸ ਦੇ ਨੇ, ਉਹਨਾਂ ਦੇ ਭ੍ਰਿਸ਼ਟਾਚਾਰ ਰੋਕੂ ਤਹਿਤ ਪਰਚਾ ਦਰਜ ਕੀਤਾ, ਭਤੀਜਾ ਉਹਨਾਂ ਦਾ ਗ੍ਰਿਫਤਾਰ ਹੋ ਗਿਆ ਤੇ ਸੰਗਤ ਸਿੰਘ ਗਿਲਜੀਆ ਪੁਲਿਸ ਦੇ ਹੱਥ ਹੀ ਨਹੀਂ ਆਉਂਦਾ, ਵਿਜੀਲੈਂਸ ਦੇ ਹੱਥ ਹੀ ਨਹੀਂ ਆਉਂਦਾ। ਉਹ ਮਤਲਬ ਕਿਹੜਾ ਇਹ ਅਸੀਂ ਕਹਿ ਸਕਦੇ ਕਿ ਦਾਊਦ ਇਬਰਾਹਿਮ ਕੀ ਜਿਹੜਾ ਬਾਹਰ ਦੂਜੇ ਦੇਸ਼ ਭੱਜ ਗਿਆ ਹੈ, ਤਾਂ ਪੰਜਾਬ 'ਚ ਹੀ ਹੋਊਗਾ, ਕਿਤੇ ਵੀ ਅਰੈਸਟ ਕੀਤੀ ਜਾ ਸਕਦੀ ਸੀ। ਪਰ ਅਗਲਾ ਬੰਦਾ ਜਦੋਂ ਇਹ ਮਾਨਯੋਗ ਹਾਈ ਕੋਰਟ ਉਸਨੂੰ ਰਾਹਤ ਪ੍ਰਦਾਨ ਕਰਦੀ ਹੈ ਤਾਂ ਕੁਦਰਤੀ ਤੌਰ ਤੇ ਫਿਰ ਸਰਕਾਰ ਦੀ ਤਾਂ ਹੇਠੀ ਹੁੰਦੀ ਹੈ। ਸਰਕਾਰ ਦੇ ਵਿਜੀਲੈਂਸ ਵਿਭਾਗ ਦੀ ਨਲਾਇਕੀ ਤਾਂ ਹੈ ਹੀ ਆ ਕਿ ਜਿਹੜੀ ਠੀਕ ਤਰੀਕੇ ਨਾਲ ਉਸ ਡਾਕੂਮੈਂਟਸ ਨੂੰ, ਦਸਤਾਵੇਜ਼ਾਂ ਨੂੰ ਕੋਰਟ ਦੇ ਵਿੱਚ ਪੇਸ਼ ਹੀ ਨਹੀਂ ਕਰ ਸਕੀ। ਜੀ ਬਿਲਕੁਲ ਬਿਲਕੁਲ। ਤੇ ਨਾਲ ਹੀ ਗੱਲ ਕਰਾਂਗੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਤੇ ਜਿਹੜੇ ਸੀਨੀਅਰ ਧੜੇ ਨੇ ਉਹ ਬਦਲੇ ਗਏ ਨੇ। ਜਿਸ ਤਰੀਕੇ ਦੇ ਨਾਲ ਪਹਿਲਾਂ ਵਿਧਾਇਕ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵਿੱਚ, ਉਹਨਾਂ ਨੂੰ ਅਹੁਦੇ ਦਿੱਤੇ ਗਏ ਮੰਤਰੀ ਦੇ। ਉਸ ਤੋਂ ਬਾਅਦ ਹੁਣ ਜਿਹੜੇ ਪਹਿਲਾਂ ਮੰਤਰੀ ਬਣਾਏ ਸੀਗੇ ਉਹਨਾਂ ਨੂੰ ਪਿੱਛੇ ਕਰ ਦਿੱਤਾ ਗਿਆ ਤੇ ਇਹਨਾਂ ਨੂੰ ਅੱਗੇ ਕਰ ਦਿੱਤਾ ਗਿਆ। ਜਿਸ ਤਰੀਕੇ ਦੇ ਨਾਲ ਵਿਭਾਗਾਂ ਦੀ ਵੰਡ ਵੀ ਕੀਤੀ ਗਈ ਹੈ। ਤਾਂ ਇਸ ਨੂੰ ਕਿਵੇਂ ਦੇਖਦੇ ਹੋ ਕਿ ਪਹਿਲਾਂ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਦੋਂ ਕੀ ਇਹ ਸਟੰਟ ਕੀਤਾ ਗਿਆ ਸੀਗਾ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਆਮ ਆਦਮੀ ਪਾਰਟੀ ਹੈ, ਉਸ ਤੋਂ ਬਾਅਦ ਹੁਣ ਉਸੇ ਤਰੀਕੇ ਦੇ ਨਾਲ ਜਿਹੜੇ ਪੁਰਾਣੇ ਵਿਧਾਇਕ ਸੀਗੇ ਉਹਨਾਂ ਨੂੰ ਅੱਗੇ ਲਿਆਉਣ ਦਾ ਯਤਨ ਕੀਤਾ ਜਾ ਰਿਹਾ? ਗੁਰਪ੍ਰੀਤ ਜੀ, ਜਿਹੜੀ ਸਥਿਤੀ ਸੀ ਇਸ ਤਰ੍ਹਾਂ ਸੀ ਕਿ ਪਹਿਲੇ ਦੌਰ 'ਚ ਜਦੋਂ ਇਹ 4 ਮੰਤਰੀ ਜਿਹੜੇ ਹੁਣ ਨਵੇਂ ਸ਼ਾਮਲ ਕੀਤੇ ਗਏ ਨੇ,
ਇਹਨਾਂ ਦੇ ਵਿੱਚ ਜੀ ਅਮਨ ਅਰੋੜਾ ਪਿਛਲੀ ਵਾਰ ਦੇ ਜਿੱਤੇ ਹੋਏ ਹਨ, ਜੀ ਜਿਹੜੇ ਵਿਧਾਇਕ ਦੂਜੀ ਵਾਰ ਵਿਧਾਇਕ ਬਣੇ ਨੇ, ਤੇ ਬਾਕੀ ਤਿੰਨ ਨਵੇਂ ਚਿਹਰੇ ਨੇ। ਤਾਂ ਉਸ ਹਿਸਾਬ ਦੇ ਜੀ ਨਾਲ ਜਿਹੜੀ ਸਨਾਟੀ ਸੀ, ਸਨਾਟੀ ਪਹਿਲਾਂ ਕੁਝ ਹੋਰ ਤਰੀਕੇ ਦੀ ਸੀ, ਕਿਉਂਕਿ ਪੁਰਾਣਿਆਂ ਨੂੰ ਵਿੱਚ ਸ਼ਾਮਲ ਨਹੀਂ ਸੀ ਕੀਤਾ ਗਿਆ। ਜਦੋਂ ਪੁਰਾਣੇ ਜੀ ਵਿਧਾਇਕਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਤੇ ਸੰਗਰੂਰ ਦੀ ਜਿਮਨੀ ਚੋਣ ਦੇ ਵਿੱਚ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦਾ ਹਾਲ ਹੋਇਆ ਉਹ ਸਾਰਿਆਂ ਨੂੰ ਪਤਾ ਹੈਗਾ। ਇਹਦੇ ਬਾਵਜੂਦ ਅਗਰ ਤੁਸੀਂ ਦੇਖੋ ਕਿ ਜਦੋਂ ਜਿਮਨੀ ਚੋਣ ਹੁੰਦੀ ਆ ਤਾਂ ਉਸ ਹਲਕੇ ਦੇ ਵਿੱਚੋਂ ਅਮਨ ਅਰੋੜਾ ਨੇ ਆਪਣੇ ਉਸ ਉਮੀਦਵਾਰ ਨੂੰ ਇੱਕ ਭਾਰੀ ਬਹੁਮਤ ਨਾਲ ਉੱਥੋਂ ਨੂੰ ਜਿਤਾਇਆ, ਤੇ ਉਹ ਜੀ ਉਮੀਦਵਾਰ ਗੁਰਮੀਤ ਸਿੰਘ ਘਰਾਚੋ ਜਿਹੜੇ ਸੀ ਅਮਨ ਅਰੋੜੇ ਸੁਨਾਮ ਦੇ ਹਲਕੇ ਤੋਂ ਉਹਨਾਂ ਨੇ ਜਿੱਤੇ ਸਨ, ਬਾਕੀ ਹਲਕੇ ਤੋਂ ਉਹਨਾਂ ਦੀ ਹਾਰ ਹੋਈ। ਤਾਂ ਉਸ ਅਨੁਸਾਰ ਇੱਕ ਕਾਡਰ ਦੇ ਵਿੱਚ ਵੀ ਇੱਕ ਅਸੀਂ ਕਹਿ ਸਕਦੇ ਕਿ ਉਸ ਵੇਲੇ ਨਾਰਾਜ਼ਗੀ ਪਾਈ ਜਾ ਰਹੀ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਨੇ ਜਿਹੜੀ ਦੂਜੀ ਵਾਰ ਦੇ ਚੁਣੇ ਵਿਧਾਇਕ ਨੇ ਉਹਨਾਂ ਨੂੰ ਅੱਗੇ ਨਹੀਂ ਲਿਆਂਦਾ। ਸੋ ਉਸ ਮੱਦੇਨਜ਼ਰ ਉਹ ਅਸੀਂ ਕਹਿ ਸਕਦੇ ਕਿ ਨਾਰਾਜ਼ਗੀ ਨੂੰ ਦੂਰ ਕਰਨ ਵਾਸਤੇ ਹੀ ਇਹ ਅਮਰ ਅਰੋੜਾ ਨੂੰ ਜਾਂ ਹੋਰ ਜਿਹੜੀ ਮੰਤਰੀ ਮੰਡਲ ਦੇ ਵਿੱਚ ਜਿਹੜੀ ਚੇਂਜ ਰੀਸ਼ਫਲਿੰਗ ਜਿਹੜੀ ਆ ਉਹ ਕੀਤੀ ਗਈ, ਅਮਰ ਅਰੋੜਾ ਨੂੰ ਲਿਆਂਦਾ ਗਿਆ। ਤਾਂ ਉਸ ਹਿਸਾਬ ਦੇ ਨਾਲ ਪਹਿਲਾਂ ਅਮਨ ਅਰੋੜਾ 12ਵੇਂ ਨੰਬਰ ਤੇ ਸਨ, ਪਰ ਹੁਣ ਜਿਹੜੀ ਸਨਾਟੀ ਜਿਹੜੀ ਲਿਸਟ ਆ ਉਹਦੇ ਨਾਲ ਨਹੀਂ ਮਾਫ ਕਰਦਾ 10ਵੇਂ ਨੰਬਰ ਤੇ ਸਨ, ਹੁਣ ਉਹ ਤੀਜੇ ਨੰਬਰ ਤੇ ਚਲੇ ਗਏ ਨੇ। ਪਹਿਲੇ ਨੰਬਰ ਤੇ ਭਗਵੰਤ ਮਾਨ ਨੇ, ਦੂਜੇ ਨੰਬਰ ਤੇ ਹਰਪਾਲ ਚੀਮਾ, ਤੀਜੇ ਤੇ ਅਮਰ ਅਰੋੜਾ, ਚੌਥੇ ਤੇ ਡਾਕਟਰ ਬਲਜੀਤ ਕੌਰ ਆ। ਇਸ ਤਰੀਕੇ ਨਾਲ 6ਵੇਂ ਤੇ ਡਾਕਟਰ ਕੁਲਦੀਪ ਸਿੰਘ ਧਾਲੀਵਾਲ ਨੇ, 5ਵੇਂ ਤੇ ਹੋਰ ਨੇ, ਇਸੇ ਤਰ੍ਹਾਂ ਔਰ ਅਖੀਰ ਤੇ ਜਿਹੜੇ ਨੇ ਅਨਮੋਲ ਰਤਨ ਮਾਨ ਜਿਹੜੇ ਮੈਂਬਰ ਬਣਦੇ ਹਨ। ਹਰਭਜਨ ਸਿੰਘ ਜਿਹੜੇ ਬਿਜਲੀ ਮੰਤਰੀ ਨੇ ਉਹ 8ਵੇਂ 9ਵੇਂ ਨੰਬਰ ਤੇ ਚਲੇ ਗਏ ਨੇ। ਸੋ ਇਹ ਜਿਹੜੀ ਇੱਕ ਲਿਸਟ ਉਹਨਾਂ ਕੋਲ ਬਣਾਈ ਗਈ ਮੰਤਰੀਆਂ ਦੀ ਸਨਾਟੀ ਤੇ ਹਿਸਾਬ ਦੇ ਨਾਲ, ਇਹਨਾਂ ਦੇ ਵਿੱਚ ਇੱਕ ਤੇ ਇਹ ਹੈ ਕਿ ਜਿਹੜੇ ਦੂਜੀ ਵਾਰ ਚੁਣੇ ਗਏ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਅਹਿਮੀਅਤ ਦੇਣੀ ਆ, ਫਿਰ ਉਸ ਤੋਂ ਬਾਅਦ ਮੰਤਰੀਆਂ ਦੀ ਜਿਹੜੀ ਕਾਰਜਗੁਜ਼ਾਰੀ ਆ ਬੀਤੇ 4 ਮਹੀਨਿਆਂ ਦੇ ਵਿੱਚ ਜਿਹੋ ਜਿਹੀ ਰਹੀ ਉਸ ਆਧਾਰ ਤੇ ਉਹਨਾਂ ਨੂੰ ਜਿਹੜੇ ਸਨਾਟੀ ਦੇ ਵਿੱਚ ਰੱਖਿਆ ਗਿਆ। ਔਰ ਇਸ ਦਾ ਪ੍ਰਭਾਵ ਇਹੋ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮੰਤਰੀਆਂ ਦੇ ਕੰਮਕਾਜ ਨੂੰ ਵੇਖ ਕੇ ਉਹਨਾਂ ਦੀ ਸਨਾਟੀ ਨੂੰ ਮਿਥਿਆ ਗਿਆ, ਨਾ ਕਿ ਉਹਨਾਂ ਨੇ ਇਹ ਧਿਆਨ 'ਚ ਰੱਖਿਆ ਕਿ ਇਹ ਵਿਅਕਤੀ ਕਿੰਨੇ ਬਹੁਮਤ ਨਾਲ ਜਿੱਤਿਆ, ਕਿੰਨੇ ਨਾਲ ਹਾਰਿਆ। ਸੋ ਇਸ ਕਰਕੇ ਇਹ ਜਿਹੜੀ ਲਿਸਟ ਆ ਇਹ ਜਾਰੀ ਕੀਤੀ ਗਈ। ਔਰ ਖਾਸ ਤੌਰ ਤੇ ਇਸ ਦਾ ਪ੍ਰਭਾਵ ਇਹੋ ਹੀ ਆ ਕਿ ਇੱਕ ਬਰਾਬਰਤਾ, ਇੱਕ ਸਮਾਨਤਾ ਜਿਹੜੀ ਆ ਉਹ ਲਿਆਂਦੀ ਜਾਏਗੀ ਔਰ ਕੰਮਕਾਜ ਦੇ ਆਧਾਰ ਤੇ ਹੀ ਵਿਅਕਤੀਆਂ ਨੂੰ ਜਿਹੜੇ ਮੰਤਰੀ ਨੇ ਉਹਨਾਂ ਦੀ ਸਨਾਲਟੀ ਜਿਹੜੀ ਆ ਉਹ ਪਰਖੀ ਜਾਵੇਗੀ। ਜੀ ਜਿਸ ਤਰੀਕੇ ਨਾਲ 5 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਕਈ ਚਿਹਰੇ ਵੀ ਹੈਗੇ ਨੇ, ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਕਿ ਨਾਰਾਜ਼ ਸੀਗੇ ਪਾਰਟੀ ਤੋਂ ਕਿ ਮੰਤਰੀ ਨੇ ਬਣਾਇਆ ਗਿਆ ਪ੍ਰੋਫੈਸਰ ਬਲਜਿੰਦਰ ਕੌਰ, ਸਰਬਜੀਤ ਕੌਰ ਮਾਨ ਕੇ ਹੋਰ ਕਈ ਚਿਹਰੇ, ਤਾਂ ਕੀ ਲੱਗਦਾ ਹੈ ਕਿ ਸਰਕਾਰ ਰਹਿੰਦੇ ਇਹਨਾਂ ਨੂੰ ਵੀ ਮੌਕਾ ਮਿਲ ਸਕਦਾ ਹੈ, ਸ਼ਫਲ ਕੀਤੀ ਜਾ ਸਕਦੀ ਹੈ ਕੈਬਨਿਟ? ਇਹ ਗੁਰਪ੍ਰੀਤ ਮਤਲਬ ਦੇਖੋ, ਮੰਤਰੀ ਤਾਂ ਹੁਣ ਕੇਵਲ 3 ਬਣਨੇ ਨੇ, 17 ਮੰਤਰੀ 14 ਬਣ ਗਏ ਨੇ, 3 ਜਿਹੜੇ ਮੰਤਰੀ ਹੋਰ ਬਣਨੇ ਨੇ। ਤਾਂ ਪ੍ਰੋਫੈਸਰ ਬਲਜਿੰਦਰ ਕੌਰ ਦਾ ਦਾ ਜਿਹੜਾ ਸੀ ਸਰਬਜੀਤ ਕੌਰ ਮਾਨੂੰ ਕਿ ਬੜੀ ਲਾਸਟ ਵਾਲੀ ਇਹ ਚਰਚਾਵਾਂ ਸਨ ਕਿ ਇਹਨਾਂ ਦਾ ਨਾਮ ਜਿਹੜਾ ਉਹ ਆ ਸਕਦਾ, ਪਰ ਉਹ ਗੱਲ ਜਿਹੜੀ ਉਹ ਬਣੀ ਨਹੀਂ। ਤੇ ਅਜੇ ਵੀ ਹੁਣ ਆਹ 3 ਜਿਹੜੇ ਖਾਲੀ ਸਥਾਨ ਰੱਖੇ ਗਏ ਨੇ, 3 ਮੰਤਰੀ ਨਹੀਂ ਭਰੇ ਗਏ, ਉਹ ਸਿਰਫ ਇਸੇ ਕਰਕੇ ਹੀ ਨਹੀਂ ਭਰੇ ਗਏ ਕਿ ਸਾਰਿਆਂ ਨੂੰ ਜਿਹੜੇ ਬਾਕੀ ਵਿਧਾਇਕ ਆ ਉਹਨਾਂ ਦੇ ਵਿੱਚ ਇੱਕ ਆਸ ਦੀ ਕਿਰਨ ਜਿਹੜੀ ਜਾਗਦੀ ਰਵੇ ਕਿ ਸ਼ਾਇਦ ਸਾਡਾ ਦਾ ਲੱਗ ਜੇ, ਸ਼ਾਇਦ ਸਾਡਾ ਦਾ ਲੱਗ ਜੇ। ਤਾਂ ਦੂਸਰੇ ਬੰਨੇ ਪਾਰਟੀ ਦੇ ਵਿੱਚ ਕਿਸੇ ਵੀ ਪੱਧਰ ਦੀ ਜਿਹੜੀ ਕੋਈ ਬਗਾਵਤ ਆ ਜਾਂ ਕੋਈ ਨਾਰਾਜ਼ਗੀ ਆ ਉਹ ਸਾਹਮਣੇ ਨਾ ਆਵੇ। ਅਜੇ ਬੜੇ ਬੋਰਡਾਂ ਦੇ ਚੇਅਰਮੈਨ ਲਾਉਣੇ ਨੇ, ਅਜੇ ਬਹੁਤ ਕੁਝ ਉਹ ਜਿਸ ਤਰ੍ਹਾਂ ਅਸੀਂ ਕਹਿੰਦੇ ਹੁੰਦੇ ਕਿ ਅਹੁਦਿਆਂ ਦੀ ਵੰਡ ਜਿਹੜੀ ਆ ਉਹ ਕੀਤੀ ਜਾਣੀ ਆ। ਮੰਤਰੀਸ਼ਿਪ ਤਾਂ ਹੈ ਹੀ ਹੈ, ਤਾਂ ਹੋ ਸਕਦਾ ਕਿ ਮੰਤਰੀ ਕਿਸੇ ਹੋਰ ਨੂੰ ਵਿੱਚ ਨਵਿਆਂ ਦੇ ਵਿੱਚੋਂ ਦਾ ਲੱਗ ਜੇ। ਇਹ ਜਿਹੜੇ ਪੁਰਾਣੇ ਨੇ ਇਹਨਾਂ ਨੂੰ ਵੱਖ-ਵੱਖ ਬੋਰਡਾਂ ਦੇ ਚੇਅਰਮੈਨ ਜਿਹੜੇ ਉਹ ਲਾਇਆ ਜਾ ਸਕਦਾ। ਪਾਰਟੀਆਂ ਕੋਲ ਗੁਰਪ੍ਰੀਤ ਬਹੁਤ ਕੁਝ ਹੁੰਦਾ ਜਿਹਦੇ ਨਾਲ ਉਹਨਾਂ ਨੇ ਆਪਣੇ ਉਮੀਦਵਾਰਾਂ ਨੂੰ ਖੁਸ਼ ਕਰਨਾ ਹੁੰਦਾ, ਆਪਣੇ ਬੰਦਿਆਂ ਨੂੰ ਖੁਸ਼ ਕਰਨਾ ਹੁੰਦਾ। ਅਜੇ ਤਾਂ ਮੇਰਾ ਖਿਆਲ ਆਮ ਆਦਮੀ ਪਾਰਟੀ ਨੂੰ ਇਹੋ ਹੀ ਨਹੀਂ ਪਤਾ ਲੱਗਣ ਡਿਆ ਕਿ ਉਹਨਾਂ ਨੇ ਸਰਕਾਰ ਚਲਾਉਣੀ ਕਿੱਦਾਂ। ਹਰ ਦੂਜੇ ਦਿਨ ਅਫਸਰਾਂ ਦੀਆਂ ਜਿਹੜੀਆਂ ਬਦਲੀਆਂ, IAS ਅਧਿਕਾਰੀਆਂ ਦੀ ਬਦਲੀਆਂ ਹੁੰਦੀਆਂ ਨੇ, IPS ਅਧਿਕਾਰੀਆਂ ਦੀ ਬਦਲੀਆਂ ਕੀਤੀਆਂ ਜਾਂਦੀਆਂ, ਜਿਹਦੇ ਤੋਂ ਇਹ ਪ੍ਰਭਾਵ ਜਾਂਦਾ ਕਿ ਜਿਹੜੀ ਅਫਸਰਸ਼ਾਹੀ ਆ ਉਹ ਵੀ ਬੇਲਗਾਮ ਹੋ ਚੁੱਕੀ ਆ, ਉਹਦੇ ਉੱਤੇ ਵੀ ਸਰਕਾਰ ਦਾ ਕੋਈ ਪ੍ਰਭਾਵ ਨਹੀਂ ਆ। ਇਸ ਕਰਕੇ ਸਰਕਾਰ ਅਜੇ ਪ੍ਰਸ਼ਾਸਨ ਨੂੰ ਠੀਕ ਤਰੀਕੇ ਨਾਲ ਚਲਾਉਣ ਵੱਲੋਂ ਸੋਚਦੀ ਪਈ ਆ। ਬਾਕੀ ਸਮਾਂ ਦੱਸੇਗਾ ਕਿ ਆਉਂਦੇ ਦਿਨਾਂ 'ਚ ਆ ਜਿਹੜੇ 3 ਮੰਤਰੀਆਂ ਦੇ ਅਹੁਦੇ ਖਾਲੀ ਨੇ ਕਿੰਨਾ ਬੰਦਿਆਂ ਦਾ ਜਿਹੜਾ ਦਾ ਆ ਇਹਦੇ ਉੱਤੇ ਲੱਗਦਾ ਆ, ਇਹ ਆਉਣ ਵਾਲਾ ਸਮਾਂ ਦੱਸੇ। ਜੀ ਜੀ ਬਿਲਕੁਲ ਬਿਲਕੁਲ। ਤੇ ਜਿਸ ਤਰੀਕੇ ਨਾਲ ਕਿ ਸਭ ਮਾਨ ਸਰਕਾਰ ਦੇ ਵੱਲੋਂ ਗੱਲ ਕੀਤੀ ਜਾਂਦੀ ਸੀਗੀ ਕਿ ਕੋਈ ਵੀ ਜਿਹੜਾ ਕੱਚਾ ਮੁਲਾਜ਼ਮ ਹੈ ਉਹ ਧਰਨਾ ਨਹੀਂ ਲਗਾਏਗਾ ਤੇ ਨਾ ਹੀ ਕਿਸੇ ਤੇ ਲਾਠੀ ਚਾਰਜ ਹੋਏਗਾ, ਪਰ ਉਸੇ ਤਰੀਕੇ ਦੇ ਹਾਲਾਤ ਬਣਦੇ ਨਜ਼ਰ ਆ ਰਹੇ, ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਕਿ ਸਿਰਫ ਆਪਣਾ ਪ੍ਰਚਾਰ ਹੀ ਕਰਨ ਤੇ ਲੱਗੀ ਹੋਈ ਆਮ ਆਦਮੀ ਪਾਰਟੀ, ਜ਼ਿਆਦਾਤਰ ਪ੍ਰਚਾਰ ਹੀ ਨਜ਼ਰ ਆ ਰਿਹਾ। ਤੇ ਜਿਹੜੇ ਅਧਿਆਪਕ ਨੇ
ਉਹਨਾਂ ਦੇ ਵਿਚਾਲੇ ਵੀ ਕੱਲ੍ਹ ਜ਼ਬਰਦਸਤ ਝੜਪ ਹੋਈ ਹੈ ਤੇ ਉਹਦੇ ਵਿੱਚ ਕਈ ਅਧਿਆਪਕ ਜ਼ਖਮੀ ਹੋਏ ਨੇ, ਤਾਂ ਕਿਵੇਂ ਦੇਖਦੇ ਹੋ ਕਿ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਵੀ ਬਦਲਾਅ ਵਾਲੀਆਂ ਸਥਿਤੀਆਂ ਪੈਦਾ ਹੋਣਗੀਆਂ ਜਾਂ ਫਿਰ ਉਹੀ ਹਾਲਾਤ ਰਹਿਣਗੇ ਜੋ ਤਤਕਾਲੀ ਸਰਕਾਰਾਂ ਮਿਲ ਰਹੇ ਨੇ? ਗੁਰਪ੍ਰੀਤ, ਅਸਲ 'ਚ ਸਥਿਤੀ ਇਹ ਹੁੰਦੀ ਆ ਕਿ ਜਦੋਂ ਕੋਈ ਵੀ ਪਾਰਟੀ ਵਿਰੋਧੀ ਧਿਰ 'ਚ ਹੁੰਦੀ ਆ, ਉਦੋਂ ਉਹਦੀ ਜੀ ਭੂਮਿਕਾ, ਉਦੋਂ ਉਸਦਾ ਰੋਲ ਕੁਝ ਹੋਰ ਤਰੀਕੇ ਦਾ ਹੁੰਦਾ। ਉਹ ਇਸ ਤਰ੍ਹਾਂ ਲੱਗੂਗੀ ਕਿ ਜਿਵੇਂ ਕਿਸੇ ਰਾਜ ਦੀ ਸਭ ਤੋਂ ਵੱਡੀ ਹਮਦਰਦ, ਰਾਖੀ ਕਰਨ ਵਾਲੀ, ਮੁਲਾਜ਼ਮ ਵਰਗ ਦੇ ਹੱਕ 'ਚ ਖਲੋਣ ਵਾਲੀ ਇਹਦੇ ਤੋਂ ਇਲਾਵਾ ਕੋਈ ਜੀ ਪਾਰਟੀ ਹੈ ਨਹੀਂ। ਤੇ ਜਦੋਂ ਉਹ ਪਾਰਟੀ ਫਿਰ ਵਿਰੋਧੀ ਧਿਰ ਨੂੰ ਛੱਡ ਕੇ ਸੱਤਾ ਧਿਰ ਬਣ ਜਾਂਦੀ ਆ, ਤੇ ਫਿਰ ਸਥਿਤੀਆਂ ਇਹ ਬਣ ਜਾਂਦੀਆਂ, ਫਿਰ ਉਹੀ ਹਾਲ ਅਪਣਾਉਣਾ ਸ਼ੁਰੂ ਕਰ ਦਿੰਦੀਆਂ ਨੇ ਉਹ ਪਾਰਟੀਆਂ ਦੀਆਂ ਜਿਹੜੀਆਂ ਪਿਛਲੇ ਸਰਕਾਰ ਕਰਦੀਆਂ ਹੁੰਦੀਆਂ ਨੇ। ਹੁਣ ਇਹ ਬੇਰੁਜ਼ਗਾਰ ਅਧਿਆਪਕਾਂ ਦਾ ਜਿਹੜਾ ਮੁੱਦਾ ਆ, ਇਹ ਕੋਈ ਨਵਾਂ ਮੁੱਦਾ ਨਹੀਂ। ਇਹ ਚਾਹੇ ਕੈਪਟਨ ਅਮਰਿੰਦਰ ਦੀ ਸਰਕਾਰ ਹੋਵੇ, ਚਾਹੇ ਅਕਾਲੀਆਂ ਦੀ ਸਰਕਾਰ ਹੋਵੇ, ਤੇ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ, ਇਹ ਹਮੇਸ਼ਾ ਇਦਾਂ ਹੀ ਚੱਲਦਾ ਰਿਹਾ। ਅਧਿਆਪਕ ਇਸੇ ਤਰ੍ਹਾਂ ਕੁੱਟੇ ਜਾਂਦੇ ਰਹੇ ਨੇ। ਹੁਣ ਪਤਾ ਨਹੀਂ ਕਿ ਅਧਿਆਪਕਾਂ ਦੀ ਜਿਹੜੀ ਅਸਲ ਸਮੱਸਿਆ ਹੈ ਕੀ, ਜਿਹੜੀ ਸਰਕਾਰ, ਕੋਈ ਵੀ ਸਰਕਾਰ ਜਿਹੜੀ ਉਹ ਸਮਝ ਹੀ ਨਹੀਂ ਸਕੀ ਕਿ ਅਧਿਆਪਕ ਕੀ ਚਾਹੁੰਦੇ ਆ। ਹੁਣ ਅਧਿਆਪਕਾਂ ਦੀਆਂ ਕਈ ਜਥੇਬੰਦੀਆਂ ਨੇ, ਬੇਰੁਜ਼ਗਾਰ, ETT, ਉਹ ਠੀਕ ਆ, ਇਹ ਘੱਟੋ ਘੱਟ ਕੋਈ ਇਹਦਾ ਹੱਲ ਜਿਹੜਾ ਉਹ ਨਿਕਲਣਾ ਚਾਹੀਦਾ। ਮੈਂ ਤਾਂ ਇਸ ਕਰਕੇ ਇਹ ਗੱਲ ਕਹੀ ਕਿ ਹਰ ਸਰਕਾਰ ਦੇ ਸਮੇਂ ਅਧਿਆਪਕ ਹੀ ਵਿਚਾਰੇ ਕੁੱਟੇ ਜਾਂਦੇ ਰਹੇ ਨੇ, ਚਾਹੇ ਬਾਦਲ ਸਰਕਾਰ ਸਮੇਂ ਹੋਣ, ਚਾਹੇ ਕੈਪਟਨ ਅਮਰਿੰਦਰ ਦੇ ਸਮੇਂ ਹੋਣ, ਚਾਹੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ। ਤੁਸੀਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ 'ਚ ਵੇਖ ਲਿਓ ਕਿ ਉਹ ਇੱਕ DSP ਕਿਤਨਾ ਬੱਸ ਦੇ ਵਿੱਚ ਬੈਠੇ ਅਧਿਆਪਕਾਂ ਨੂੰ ਕੁੱਟੀ ਜਾਂਦਾ ਸੀ, ਤੇ ਉਹ DSP ਚਰਨਜੀਤ ਸਿੰਘ ਚੰਨੀ ਦੀ ਸੁਰੱਖਿਆ ਦੇ ਵਿੱਚ ਉਹ ਤੈਨਾਤ ਸੀ, ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਤੇ ਉਸ ਵੇਲੇ ਆਮ ਆਦਮੀ ਪਾਰਟੀ ਉੱਚੀ ਉੱਚੀ ਨਾਅਰੇ ਮਾਰਦੀ ਸੀ, ਇਦਾਂ ਕਰਦੀ ਕਿ ਜਿਵੇਂ ਅਧਿਆਪਕਾਂ ਦੇ ਸੱਚੇ ਹਮਦਰਦੀ ਇਹ ਪਾਰਟੀ ਆ। ਪਰ ਆ ਜੋ ਕੁਝ ਕੱਲ ਹੋਇਆ ਸੰਗਰੂਰ ਦੇ ਵਿੱਚ, ਉਹ ਵੀ ਹੈਰਾਨੀ ਵਾਲਾ ਕਰਦਾ ਕਿ ਉਹੀ ਅਧਿਆਪਕ, ਡਾਂਗਾ ਫੇਰਨ ਵਾਲੇ ਵੀ ਉਹੀ, ਕੁੱਟਣ ਖਾਣ ਵਾਲੇ ਵੀ ਲੋਕ ਉਹੀ, ਬਸ ਜਿਹੜੇ ਪੱਗਾਂ ਦੇ ਰੰਗ ਸੀ ਉਹ ਬਦਲੇ ਸੀ, ਬਾਕੀ ਉਹ ਕੁਝ ਸੀ। ਸੋ ਸਰਕਾਰ ਨੂੰ ਚਾਹੀਦਾ ਕਿ ਅਧਿਆਪਕਾਂ ਦੇ ਜਿਹੜੇ ਲਟਕਵੇਂ ਮਸਲੇ ਆ, ਇਹਨਾਂ ਮਸਲਿਆਂ ਦਾ ਕੋਈ ਹੱਲ ਜਿਹੜਾ ਕੱਢਿਆ ਜਾਵੇ। ਜ਼ਰੂਰੀ ਨਹੀਂ ਕਿ ਇੱਕ ਪਾਸੇ ਤਾਂ ਅਸੀਂ ਸਿੱਖਿਆ ਮਾਡਲ ਦੀ ਗੱਲ ਕਰ ਰਹੇ ਹਾਂ ਕਿ ਵਧੀਆ ਦਿੱਲੀ ਮਾਡਲ ਦੇ ਸਕੂਲ ਬਣਾ ਦੇਣੇ ਆ, ਤੇ ਸਕੂਲਾਂ ਦੇ ਵਿੱਚ ਜਿਨ੍ਹਾਂ ਦੇ ਸਿਰ ਤੇ ਸਕੂਲ ਚੱਲਣੇ ਆ, ਉਹਨਾਂ ਦੇ ਆਪ ਉਹ ਡਾਂਗਾ ਖਾਣ ਡੇ ਆ। ਘੱਟੋ ਘੱਟ ਉਹਨਾਂ ਦੀਆਂ ਸਮੱਸਿਆਵਾਂ, ਉਹ ਬੇਰੁਜ਼ਗਾਰ ਨੇ ਕੀ ਆ, ਬੈਠ ਕੇ ਉਹਨਾਂ ਨਾਲ ਗੱਲ ਕਰੋ। ਔਰ ਅਧਿਆਪਕ ਜਥੇਬੰਦੀਆਂ ਨੂੰ ਵੀ ਚਾਹੀਦਾ ਕਿ ਇੰਨੀ ਜਲਦੀ ਜਿਸ ਤਰੀਕੇ ਨਾਲ ਹਰ ਸਰਕਾਰ ਦੇ ਵਿੱਚ ਉਹ ਝੱਟ ਹੀ ਜਿਹੜਾ ਝੰਡਾ ਚੁੱਕ ਲੈਂਦੇ ਨੇ, ਥੋੜਾ ਜਿਹਾ ਉਹਨਾਂ ਨੇ ਕੋਈ ਬੈਠ ਕੇ ਵਿਚਕਾਰਲਾ ਰਸਤਾ ਜਿਹੜਾ ਅਪਣਾਉਣ ਲੈਣਾ ਚਾਹੀਦਾ, ਕਿਤੇ ਗੱਲਬਾਤ, ਡਾਇਲਾਗ ਹੋਣਾ ਚਾਹੀਦਾ। ਪਰ ਹੁਣ ਜਿਸ ਤਰੀਕੇ ਨਾਲ ਜਥੇਬੰਦੀਆਂ ਕਹਿੰਦੀਆਂ ਨੇ ਕਿ ਸਭ ਕੁਝ ਮਿੰਟਾਂ ਸਕਿੰਟਾਂ 'ਚ, ਜਥੇਬੰਦੀਆਂ ਦਾ ਸਬਰ ਦਾ ਪਿਆਲਾ ਹਰ ਸਰਕਾਰ ਦੇ ਸਮੇਂ ਭਰਦਾ ਹੀ ਆ, ਭਾਵੇਂ ਉਹ ਕੈਪਟਨ ਦੀ ਸਰਕਾਰ ਹੋਵੇ, ਭਾਵੇਂ ਸੁਖਬੀਰ ਬਾਦਲ ਦੀ ਹੋਵੇ, ਚਾਹੇ ਭਗਵੰਤ ਸਿੰਘ ਮਾਨ ਦੀ ਹੋਵੇ, ਤਾਂ ਉਹਨਾਂ ਦਾ ਸਬਰ ਦਾ ਪਿਆਲਾ ਵੀ ਉਛਲ ਕੇ ਬਾਹਰ ਆ ਜਾਂਦਾ। ਸੋ ਸਰਕਾਰ ਨੂੰ ਚਾਹੀਦਾ ਕਿ ਇਹ ਜਿਹੜੇ ਅਸੀਂ ਕਹਿ ਸਕਦੇ ਕਿ ਜਿਨ੍ਹਾਂ ਨੇ ਸਿੱਖਿਆ ਪ੍ਰਦਾਨ ਕਰਨ ਵਾਲੇ ਲੋਕ ਨੇ, ਜਿਨ੍ਹਾਂ ਨੇ ਸਮਾਜ ਦੀ ਉਸਾਰੀ ਕਰਦੀ ਆ, ਘੱਟੋ ਘੱਟ ਇਹਨਾਂ ਦੀ ਵੀ ਗੱਲ ਜਿਹੜੀ ਹੈ ਸੁਣ ਲੈਣੀ ਚਾਹੀਦੀ ਹੈ। ਕੇਵਲ ਡਾਂਗਾ ਲੈ ਕੇ ਨਹੀਂ, ਇਹਨਾਂ ਦੇ ਦਿਵਾਲੇ ਹੋ ਜਾਣਾ ਚਾਹੀਦਾ। ਜੀ ਬਹੁਤ ਬਹੁਤ ਸ਼ੁਕਰੀਆ ਅਨਿਲ ਸਾਹਿਬ, ਪ੍ਰੋਗਰਾਮ ਵਿੱਚ ਕੀਮਤੀ ਸਮਾਂ ਦੇਣ ਲਈ। ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ। ਤਾਂ ਸਾਡੇ ਨਾਲ ਸਨ ਸਿਆਸੀ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਗਣਕੀ, ਜਿਨ੍ਹਾਂ ਨੇ तमाम ਖਬਰਾਂ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਨੇ। ਤੇ ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ, ਕਮੈਂਟ ਕਰਕੇ ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰ ਸਕਦੇ ਹੋ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਜੁੜੇ ਰਹੋ ਰੋਜ਼ਾਨਾ ਲੋਕਨਾਟ TV ਦੇ ਨਾਲ। ਦੀ ਇਜਾਜ਼ਤ, ਧੰਨਵਾਦ।